ਦਾਨ ਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਦੋਸਤੋ, ਪ੍ਰੋਗਰਾਮ ਹੈਲਥ ਟਾਕਸ ਵਿੱਚ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇੱਕ ਵਾਰੀ ਫਿਰ ਤੋਂ ਅੱਜ ਇਸ ਪ੍ਰੋਗਰਾਮ ਵਿੱਚ ਸਾਡਾ ਸਾਥ ਦੇਣਗੇ ਹੋਮੋਪੈਥਿਕ ਮੈਡੀਕਲ ਆਫਿਸਰ ਗਵਰਨਮੈਂਟ ਆਫ ਪੰਜਾਬ ਡਾਕਟਰ ਵਿਨੋਦ ਕੁਮਾਰ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਸਾਡੇ ਪ੍ਰੋਗਰਾਮ ਵਿੱਚ। ਵੈਲਕਮ ਜੀ ਆਪ ਜੀ ਦਾ। ਦੋਸਤੋ, ਥਾਇਰਾਇਡ ਬੇਸਿਕਲੀ ਇੱਕ ਗਲੈਂਡ ਹੈ ਔਰ ਜਦੋਂ ਥਾਇਰਾਇਡ ਦੀ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਰੋਜ਼ਮਰਾ ਦੇ ਕੰਮਾਂ-ਕਾਰਾਂ ਦੇ ਵਿੱਚ ਕਾਫੀ ਸਾਰੀਆਂ ਮੁਸ਼ਕਿਲਾਤ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਬਾਡੀ ਉੱਠ ਨਹੀਂ ਰਹੀ ਹੈ, ਕੰਮਕਾਰ ਕਰਨ ਨੂੰ ਦਿਲ ਨਹੀਂ ਕਰਦਾ ਹੈ ਔਰ ਕਦੇ-ਕਦੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਦੇ ਨਾਲ ਸਾਨੂੰ ਕੌਨਸਟੀਪੇਸ਼ਨ ਹੋ ਰਹੀ ਹੈ। ਹੋਰ ਵੀ ਬਹੁਤ ਤਰ੍ਹਾਂ ਦੇ ਸਿੰਪਟਮਸ ਜਿਹੜੇ ਨੇ ਬਾਡੀ ਵਿੱਚ ਅਰਾਈਜ਼ ਹੁੰਦੇ ਨੇ, ਪਰ ਕਈ ਵਾਰ ਉਹ ਇਹਨਾਂ ਸਿੰਪਟਮਸ ਨੂੰ ਅਣਦੇਖਿਆ ਕਰ ਦਿੰਦੇ ਨੇ, ਇਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਸੋ ਡਾਕਟਰ ਵਿਨੋਦ ਕੁਮਾਰ ਬਾਰੇ ਪਿਛਲੀ ਵਾਰ ਵੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਜਿਸ ਤਰ੍ਹਾਂ ਹੋਮੋਪੈਥੀ ਐਕਸਪਰਟ ਨੇ ਤੇ ਅਸੀਂ ਇਹਨਾਂ ਦੇ ਨਾਲ ਬਹੁਤ ਸਾਰੇ ਸੈਗਮੈਂਟਸ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਰਨੇ ਆ। ਸੋ ਅੱਜ ਦਾ ਇਸ ਪ੍ਰੋਗਰਾਮ ਅਸੀਂ ਖਾਸ ਕਰਕੇ ਥਾਇਰਾਇਡ ਦੀ ਪ੍ਰੋਬਲਮ ਉੱਤੇ ਰੱਖਿਆ ਹੈ। ਡਿਸਕਸ ਕਰਾਂਗੇ ਕਿਸ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਲੋਕਾਂ ਵਿੱਚ ਦੇਖਣ ਨੂੰ ਮਿਲਦੀਆਂ ਨੇ, ਇਸ ਦੇ ਸਿੰਪਟਮਸ ਕੀ ਨੇ ਔਰ ਹੋਮੋਪੈਥੀ ਜਿਹੜੀ ਹੈ ਉਹ ਥਾਇਰਾਇਡ ਦੀ ਪ੍ਰੋਬਲਮ ਨੂੰ ਲੈ ਕੇ ਕਿਸ ਤਰ੍ਹਾਂ ਕਾਰਗਰ ਸਿੱਧ ਹੋ ਸਕਦੀ ਹੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਹੈ ਕਿ ਥਾਇਰਾਇਡ ਜਿਹੜਾ ਹੈ ਉਹ ਇੱਕ ਗਲੈਂਡ ਹੈ ਔਰ ਇਸ ਦਾ ਡਿਸਆਰਡਰ ਬਾਡੀ ਦੇ ਵਿੱਚ ਕਿਵੇਂ ਹੁੰਦਾ ਹੈ? ਥਾਇਰਾਇਡ ਗਲੈਂਡ ਇੱਕ ਬਟਰਫਲਾਈ ਸ਼ੇਪਡ ਗਲੈਂਡ ਹੈ ਜਿਹੜਾ ਟਰੈਕੀਏ ਦੇ ਮੋਰੇ, ਜਿਹੜੀ ਸਾਹ ਦੀ ਨਾੜੀ ਸਾਡੀ ਹੁੰਦੀ ਉਹਦੇ ਮੋਰੇ ਗਲੈਂਡ ਹੁੰਦਾ। ਅਤੇ ਜਦੋਂ ਇਹਦਾ ਡਿਸਫੰਕਸ਼ਨ ਸ਼ੁਰੂ ਹੁੰਦੇ ਤਾਂ ਸਭ ਤੋਂ ਪਹਿਲਾਂ ਤਾਂ ਦੋ ਤਰ੍ਹਾਂ ਦੇ ਡਿਸਫੰਕਸ਼ਨ ਇਹਦੇ ਦੇਖੇ ਜਾਂਦੇ। ਇੱਕ ਹੁੰਦਾ ਹਾਈਪਰਥਾਇਰਾਇਡਿਜ਼ਮ, ਜਿਹਦੇ 'ਚ ਥਾਇਰਾਇਡ ਹਾਰਮੋਨ ਜਿਹੜਾ ਉਹ ਜ਼ਿਆਦਾ ਹੋ ਜਾਂਦਾ, ਅਤੇ ਦੂਜਾ ਹੁੰਦਾ ਹਾਈਪੋਥਾਇਰਾਇਡਿਜ਼ਮ, ਜਿਹਦੇ 'ਚ ਥਾਇਰਾਇਡ ਹਾਰਮੋਨ ਘੱਟ ਹੋ ਜਾਂਦਾ। ਅਤੇ ਇਹਨਾਂ ਦੀ ਜਿਹੜੀ ਸਿੰਪਟਮਟੋਲੋਜੀ ਹੈ ਮੋਰ ਆਫਨ ਦੈਨ ਨਾਟ ਦੇਖਿਆ ਗਿਆ ਜਦੋਂ ਮਿਡਲ ਏਜ ਵੂਮੈਨਸ ਜਦੋਂ ਆਉਂਦੀਆਂ ਸਾਡੇ ਕੋਲ, ਕਹਿੰਦੀ ਥਕੇਵਾਂ ਬਹੁਤ ਜ਼ਿਆਦਾ ਹੋ ਜਾਂਦਾ, ਕੰਮ ਕਰਨ ਨੂੰ ਮਨ ਨਹੀਂ ਕਰਦਾ, ਬੁਖਾਰ ਜੀ ਐਂ ਲੱਗਦਾ ਜਿਵੇਂ ਬੁਖਾਰ ਜੀ ਦੀ ਫੀਲਿੰਗ ਤੁਹਾਨੂੰ ਆਉਂਦੀ ਹੈ। ਔਰ ਕਈ ਵਾਰ ਕਈ ਲੋਕ ਇੱਦਾਂ ਪ੍ਰੈਜ਼ੈਂਟ ਕਰਦੇ ਕਿ ਕੌਨਸਟੀਪੇਸ਼ਨ ਬੜੇ ਦੇਰ ਤੋਂ ਰਹਿ ਰਹੀ ਹੈ, ਐਸੀਡਿਟੀ ਔਰ ਖਾਣਾ ਜਿਹੜਾ ਛੇਤੀ ਹਜ਼ਮ ਨਹੀਂ ਹੁੰਦਾ, ਜਾਂ ਖਾਣਾ ਜਿਹੜਾ ਸਾਡੇ ਇੱਥੇ ਕਾਲਜੇ ਦੇ ਬੈਠੇ ਰਹਿੰਦੇ, ਕਈ ਇੱਦਾਂ ਸਾਨੂੰ ਜਦੋਂ ਪ੍ਰੈਜ਼ੈਂਟ ਕਰਦੇ ਆ ਕੇ, ਔਰ ਇਹਦੇ ਨਾਲ ਕੁਛ ਕੋਰਬੇਟਿਵ ਸਿੰਪਟਮ ਥਕੇਮਾ ਔਰ ਸਾਰਾ ਕੁਛ ਇਸ ਤਰ੍ਹਾਂ ਦਾ। ਕਈ ਵਾਰ ਇਹ ਪ੍ਰੈਜ਼ੈਂਟ ਕਰਦੀ ਮੈਂਸਟਰਲ ਐਬਨੋਰਮੈਲਿਟੀਜ਼, ਵੀਕਨੈਸ ਤਾਂ ਹੋ ਹੀ ਰਹੀ ਹੈ ਇਹਦੇ ਨਾਲ ਕਈ ਵਾਰ ਮੈਂਸਟਰਲ ਐਬਨੋਰਮੈਲਿਟੀਜ਼ ਵੀ ਹੁੰਦੀਆਂ ਨੇ, ਕੌਨਸਟੀਪੇਸ਼ਨ ਹੈ, ਡਰਾਈ ਸਕਿਨ ਹੈ, ਬਾਲ ਝੜਨੇ ਬਗੈਰ ਵਜ੍ਹਾ ਤੋਂ ਸ਼ੁਰੂ ਹੋ ਜਾਂਦੇ ਆ। ਅਤੇ ਇਹ ਕੁਛ ਇਹੋ ਜਿਹੇ ਸਿੰਪਟਮਸ ਨੇ ਜਦੋਂ ਹਾਈਪਰਥਾਇਰਾਇਡਿਜ਼ਮ ਦੇ ਸਾਨੂੰ ਪ੍ਰੈਜ਼ੈਂਟ ਕਰਦੇ ਆ। ਅਤੇ ਜਦੋਂ ਹਾਈਪਰਥਾਇਰਾਇਡਿਜ਼ਮ ਦੇ ਸਿੰਪਟਮ ਹੁੰਦੇ ਤਾਂ ਇਸ ਤੋਂ ਉਲਟ ਹੁੰਦਾ ਹੈ ਕਿ ਪੇਸ਼ੈਂਟ ਜਿਹੜਾ ਕਮਜ਼ੋਰ ਹੋ ਜਾਂਦਾ, ਉਹਨੂੰ ਘਬਰਾਹਟ ਬੜੀ ਹੁੰਦੀ ਹੈ, ਬੇਚੈਨੀ ਹੁੰਦੀ ਹੈ, ਪਸੀਨਾ ਆਈ ਜਾਂਦਾ ਹੈ, ਭੁੱਖ ਬਹੁਤ ਜ਼ਿਆਦਾ ਲੱਗਦੀ ਹੈ, ਬਹੁਤ ਜ਼ਿਆਦਾ ਉਹ ਖਾਂਦਾ, ਇਨ ਸਪਾਈਟ ਆਫ ਦੈਟ ਉਹ ਵੀਕ ਹੋਈ ਜਾਂਦਾ ਹੈ। ਔਰ ਇਹ ਸਾਰੇ ਸਿੰਪਟਮ ਜਿਹੜੇ ਹਾਈਪਰਥਾਇਰਾਇਡਿਜ਼ਮ ਦੇ ਹੁੰਦੇ। ਡਾਕਟਰ ਸਾਹਿਬ, ਜਿਹੜਾ ਥਾਇਰਾਇਡ ਹੈ ਉਹ ਜਦੋਂ ਪ੍ਰੈਗਨੈਂਟ ਲੇਡੀਜ਼ ਵਿੱਚ ਦੇਖਣ ਨੂੰ ਮਿਲਦਾ ਹੈ ਤਾਂ ਕੀ ਇਹ ਸ਼ੰਕਾ ਵੀ ਡਾਕਟਰ ਜ਼ਾਹਿਰ ਕਰਦੇ ਹੈ ਕਿ ਹੋ ਸਕਦਾ ਹੈ ਕਿ ਬੱਚਿਆਂ ਦੇ ਵਿੱਚ ਵੀ, ਮਤਲਬ ਆਉਣ ਵਾਲੇ ਬੱਚੇ ਦੇ ਵਿੱਚ ਵੀ ਇਹ ਪ੍ਰੋਬਲਮ ਸੇਮ ਹੋਵੇ? ਬਿਲਕੁਲ ਜੀ, ਜਦੋਂ ਥਾਇਰਾਇਡ ਹਾਰਮੋਨ ਜਿਹੜਾ ਹੈ ਉਹ ਲੋ ਹੁੰਦਾ ਹੈ, ਐਸਪੈਸ਼ਲੀ ਪ੍ਰੈਗਨੈਂਸੀਜ਼ ਦੇ ਟਾਈਮ, ਅਤੇ ਜਿਹੜੀ ਡਿਵੈਲਪਮੈਂਟਲ ਜਿਹੜੀ ਸਟੇਜ 'ਤੇ ਉਹ ਜਦੋਂ ਬੱਚਾ ਹੁੰਦਾ ਹੈ ਤਾਂ ਉਹਦੀ ਡਿਵੈਲਪਮੈਂਟ 'ਤੇ ਬੜਾ ਦੁਸ਼ਪ੍ਰਭਾਵ ਪੈਂਦਾ ਹੈ। ਕਿਉਂਕਿ ਜਦੋਂ ਔਰਗਨ ਬਣ ਰਹੇ ਹੁੰਦੇ ਹੈ ਸਾਰੇ, ਐਸਪੈਸ਼ਲੀ 4 months ਆਫ ਦਾ ਪ੍ਰੈਗਨੈਂਸੀ, ਜਿਹੜੇ ਪਹਿਲਾ ਟਰਾਈਮੈਸਟਰ ਵੀ ਕਹਿ ਦਿੰਦੇ ਆਪਾਂ, ਅਤੇ ਪਹਿਲੇ 4 ਮਹੀਨੇ ਵੀ ਜਿਵੇਂ, ਅਤੇ ਪਹਿਲੇ 4 ਮਹੀਨੇ ਸਾਰੇ ਹੀ ਅੰਗ ਜਦੋਂ ਬਣਨੇ ਸ਼ੁਰੂ ਹੁੰਦੇ, ਬ੍ਰੇਨ ਡਿਵੈਲਪ ਹੁੰਦਾ, ਸਾਰੀ ਚੀਜ਼ਾਂ ਡਿਵੈਲਪ ਹੋ ਰਹੀਆਂ ਹੁੰਦੀਆਂ। ਔਰ ਜਦੋਂ ਥਾਇਰਾਇਡ ਹਾਰਮੋਨ ਨੋਰਮਲ ਨਾ ਹੋਵੇ, ਬੇਸਲ ਮੈਟਾਬੋਲਿਕ ਰੇਟ 'ਤੇ ਇਸ ਦਾ ਪ੍ਰਭਾਵ ਪੈਂਦਾ। ਔਰ ਬੇਸਿਕ ਮੈਟਾਬੋਲਿਕ ਰੇਟ ਜਿਹੜਾ ਹੈ ਜਦੋਂ ਲੋ ਹੋ ਜਾਂਦਾ ਤਾਂ ਸਾਰੇ ਹੀ ਫੰਕਸ਼ਨ ਜਿਹੜੇ ਬਾਡੀ ਦੇ ਮਦਰ ਦੇ ਉਹ ਲੋ ਹੋ ਜਾਂਦੇ। ਔਰ ਇਸ ਦਾ ਜਿਹੜਾ ਪ੍ਰਭਾਵ ਜਿਹੜਾ ਫੀਟਸ 'ਤੇ ਪੈਂਦਾ ਅਤੇ ਅੱਗੇ ਆ ਕੇ ਬੜੀ ਕੰਪਲੀਕੇਸ਼ਨਸ ਫੇਸ ਕਰਨੀ ਪੈਂਦੀ। ਅਤੇ ਜੇਕਰ ਕਿਸੇ ਬੱਚੇ ਦਾ ਜਨਮ ਵਿਦ ਥਾਇਰਾਇਡ ਹੁੰਦਾ ਹੈ ਤਾਂ ਹੋਮੋਪੈਥੀ ਕਿਸ ਤਰ੍ਹਾਂ ਕਾਰਗਰ ਸਿੱਧ ਹੋ ਸਕਦੀ ਹੈ? ਹੋਮਿਓਪੈਥੀ 'ਚ ਕਿਉਂਕਿ ਜਦੋਂ ਵੀ ਅਸੀਂ ਕੰਸਟੀਟਿਊਸ਼ਨਲ ਟਰੀਟਮੈਂਟ ਕਰਦੇ ਹਾਂ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ, ਅਤੇ ਸਾਰੀ ਹਿਸਟਰੀ ਜਦੋਂ ਆਪਾਂ ਵਰਕਆਊਟ ਕਰੀ ਦੀ ਹੈ, ਜਦੋਂ ਆਪਾਂ ਬੱਚੇ ਦਾ ਟਰੀਟਮੈਂਟ ਕਰਦੇ ਹਾਂ ਐਸਪੈਸ਼ਲੀ ਕਿਸੇ ਵੀ ਏਲਮੈਂਟ ਨੂੰ ਲੈ ਕੇ, ਤਾਂ ਸਭ ਤੋਂ ਪਹਿਲਾਂ ਅਸੀਂ 2 ਹਿਸਟਰੀਆਂ ਜ਼ਰੂਰ ਵਰਕਆਊਟ ਕਰਦੇ ਹਾਂ। ਦ ਹਿਸਟਰੀ ਆਫ ਦ ਮਦਰ ਡਿਊਰਿੰਗ ਦ ਕੋਰਸ ਆਫ ਪ੍ਰੈਗਨੈਂਸੀ ਐਂਡ ਬਿਫੋਰ ਇਟ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਹਿੰਦੂ ਮਾਈਥੋਲੋਜੀ ਤੁਸੀਂ ਸੁਣਿਆ ਹੋਣਾ ਕਿ 16 ਸੰਸਕਾਰ ਹੁੰਦੇ ਸੀ। ਉਹਦੇ 'ਚ ਇੱਕ ਸੰਸਕਾਰ ਸੀ ਪੁੰਸਵਨ। ਜਦੋਂ ਵੀ ਕੋਈ ਕਪਲ ਪਲਾਨ ਕਰਦੇ ਸੀ ਆਪਣਾ ਇਸ਼ੂ, ਤਾਂ ਪਹਿਲੇ 6 ਮਹੀਨੇ ਬੜੇ ਹੀ ਸ਼ਾਂਤ ਭਾਵ ਨਾਲ ਸਾਤਵਿਕ ਭੋਜਨ ਕਰਦਾ ਸੀ, ਬੜੇ ਸ਼ਾਂਤਮਈ ਮਾਹੌਲ ਔਰ ਕੁਛ ਰਿਲੀਜੀਅਸ ਇਹੋ ਜਿਹੀ ਰਿਸਾਈਟਲਸ ਔਰ ਸਾਰਾ ਕੁਛ ਕਰਦੇ ਹੁੰਦੇ ਸੀ, ਤਾਂ ਜੋ ਜਿਹੜੀ ਅੱਗੇ ਆਉਣ ਵਾਲੀ ਸੰਤਾਨ ਹੋਵੇ ਉਹ ਬਹੁਤ ਚੰਗੀ ਹੋਵੇ। ਪਰ ਅੱਜ ਕੱਲ੍ਹ ਸਟਰੈਸਫੁਲ ਐਨਵਾਇਰਨਮੈਂਟ ਦੇ ਚਲਦਿਆਂ, ਗਲੋਬਲਾਈਜੇਸ਼ਨ ਦੇ ਤਹਿਤ ਦੇ ਸਟਰੈਸਿਸ ਦੇ ਚਲਦਿਆਂ ਤੁਸੀਂ ਦੇਖਿਆ ਕਿ ਅੱਜ ਕੱਲ੍ਹ ਸਟਰੈਸ ਬਹੁਤ ਜ਼ਿਆਦਾ ਵੱਧ ਗਿਆ, ਔਰ ਇਸ ਨਾਲ ਬੜੀਆਂ ਹੀ ਐਬਨੋਰਮੈਲਿਟੀਜ਼ ਆਉਂਦੀਆਂ ਨੇ
ਤੇ ਕਨਸੈਪਸ਼ਨ 'ਚ ਵੀ ਬੜੀ ਪ੍ਰੋਬਲਮ ਆਉਂਦੀ। ਜਦੋਂ ਕਨਸੀਵ ਹੋ ਹੀ ਗਿਆ ਇੱਕ ਵਾਰੀ ਤਾਂ ਕਈ ਵਾਰੀ ਥਾਇਰਾਇਡ ਡਿਵੈਲਪ ਹੋ ਜਾਂਦਾ। ਕਈ ਲੇਡੀਜ਼ ਨੂੰ ਪਤਾ ਨਹੀਂ ਚੱਲਦਾ, ਉਹ ਸੋਚਦੇ ਵੀ ਖਬਰ ਹੈ ਕਿਧਰੇ ਇਹ ਜਿਹੜੀ ਵੀਕਨੈਸ ਹੋ ਰਹੀ ਹੈ ਪ੍ਰੈਗਨੈਂਸੀ ਕਰਕੇ ਹੀ ਹੈ ਜਾਂ ਵੈਸੇ ਕਿਸੇ ਚੀਜ਼ ਕਰਕੇ ਹੈ, ਪਰ ਅਲਟੀਮੇਟਲੀ ਕਈ ਵਾਰ ਉਹ ਥਾਇਰਾਇਡ ਨਿਕਲ ਆਉਂਦਾ। ਔਰ ਕਈ ਵਾਰੀ ਮੈਂ ਇੱਕ ਮੇਰੇ ਪੇਸ਼ੈਂਟ ਅਟੈਂਡ ਕੀਤਾ ਤੇ ਉਹ ਡਿਊਰਿੰਗ ਦਾ ਕੋਰਸ ਆਫ ਪ੍ਰੈਗਨੈਂਸੀ ਥਾਇਰਾਇਡ ਪਤਾ ਹੀ ਨਹੀਂ ਚੱਲਿਆ ਮਦਰ ਨੂੰ। ਬਾਅਦ 'ਚ ਜਦੋਂ ਬੱਚਾ ਪੈਦਾ ਹੋਇਆ ਤਾਂ ਇੱਕ ਵਾਰੀ ਥੋੜ੍ਹਾ ਜਿਹਾ ਰੋਇਆ ਔਰ ਉਸ ਤੋਂ ਬਾਅਦ ਰੋਇਆ ਹੀ ਨਹੀਂ 2-3 ਦਿਨ, ਔਰ ਉਹਨੇ ਖਾਣਾ ਮਤਲਬ ਆਪਣਾ ਫੀਡ ਵੀ ਮਦਰ ਦਾ ਨਹੀਂ ਲਿਆ। ਤੇ ਬਾਅਦ 'ਚ ਜਦੋਂ ਪਤਾ ਚੱਲਿਆ ਤੇ ਉਹਨੂੰ ਹਾਈਪੋਥਾਇਰਾਇਡਿਜ਼ਮ ਸੀਗਾ ਬੱਚੇ ਨੂੰ। ਤੇ ਐਂਡੋਕ੍ਰਾਈਨੋਲੋਜਿਸਟ ਸੀਗੇ ਜਿਹੜੇ ਵੀ ਕੰਸਰਨ, ਉਹਨਾਂ ਨੇ ਕਿਹਾ ਕਹਿੰਦੇ ਜੀ ਇਸ ਬੱਚੇ ਨੂੰ ਇੱਦਾਂ ਹੀ ਪੂਰੀ ਉਮਰ ਚੱਲਣੇ ਨੇ, ਦਿਮਾਗ ਜ਼ਿਆਦਾ ਡਿਵੈਲਪ ਨਹੀਂ ਹੋਣਾ। ਔਰ 2011 ਨਵੰਬਰ 'ਚ ਮੇਰੇ ਕੋਲ ਇਹ ਕੇਸ ਆਇਆ ਸੀਗਾ ਤੇ ਅੱਜ ਉਹ ਬੱਚੀ ਬਿਲਕੁਲ ਨਾਰਮਲ ਹੈ। ਔਰ ਉਹਦੀ ਮੈਡੀਸਨ ਜਿਹੜੀ ਸੀ ਉਹ ਸਿਰਫ ਔਰ ਸਿਰਫ ਮੇਰੇ ਖਿਆਲ ਮੈਨੂੰ ਪੱਕਾ ਯਾਦ ਨਹੀਂ ਹੈ 6 ਮਹੀਨੇ ਜਾਂ 6-7 ਮਹੀਨੇ ਚੱਲੀ ਸੀ ਔਰ ਸ਼ੀ ਇਜ਼ ਪਰਫੈਕਟਲੀ ਨਾਰਮਲ। ਔਰ ਮੇਰੇ ਖਿਆਲ ਕਈ ਵਾਰੀ ਮੈਂ ਫੋਨ ਤੇ ਗੱਲ ਹੋਈ ਤਾਂ ਕਹਿੰਦੀ ਹੋਰ ਬੱਚੇ ਨਾਲ ਵੀ ਤੇਜ਼ ਆ ਜੀ। ਸੋ ਕਹਿਣ ਦਾ ਮਤਲਬ ਹੈ ਜਦੋਂ ਅਸੀਂ ਕੰਸਟੀਟਿਊਸ਼ਨਲ ਸਟੱਡੀ ਕਰਦੇ ਹਾਂ, ਜਿਵੇਂ ਮੈਂ ਤੁਹਾਨੂੰ ਦੱਸਿਆ, ਤੇ ਮਦਰ ਦੀ ਹਿਸਟਰੀ ਡਿਊਰਿੰਗ ਦਾ ਕੋਰਸ ਆਫ ਪ੍ਰੈਗਨੈਂਸੀ ਪਲੱਸ ਵੈਕਸੀਨੇਸ਼ਨ ਹਿਸਟਰੀ, ਇਹ ਦੋ ਚੀਜ਼ਾਂ ਜਦੋਂ ਆਪਾਂ ਸਟੱਡੀ ਕਰਦੇ ਹਾਂ ਤੇ ਇੱਥੋਂ ਜਦੋਂ ਸਾਨੂੰ ਜਿਹੜੀ ਸਿੰਪਟਮਸ ਮਿਲਦੇ ਨੇ ਉਹਨੂੰ ਅਸੀਂ ਵਰਕਆਊਟ ਕਰਕੇ ਜਦੋਂ ਕੰਸਟੀਟਿਊਸ਼ਨਲ ਮੈਡੀਸਨ ਦਿੰਦੇ ਹਾਂ ਤਾਂ ਇਹੋ ਜਿਹੀ ਪ੍ਰੋਬਲਮ ਫੋਰਐਵਰ ਠੀਕ ਹੋ ਜਾਂਦੀ ਹੈ। ਦਰਸ਼ਕੋ, ਇਸ ਤੋਂ ਪਹਿਲਾਂ ਕਿ ਅਸੀਂ ਇਸ ਵਾਰਤਾਲਾਪ ਨੂੰ ਹੋਰ ਅੱਗੇ ਵਧਾਈਏ, ਤੁਹਾਡੇ ਨਾਲ ਇੱਕ ਕੇਸ ਸਟੱਡੀ ਸਾਂਝਾ ਕਰਦੇ ਹਾਂ। ਜਾਣਦੇ ਹਾਂ ਕਿ ਪੇਸ਼ੈਂਟ ਜੋ ਕਿ ਥਾਇਰਾਇਡ ਜਿਹੜਾ ਹਾਰਮੋਨ ਹੈ ਉਸ ਦੀ ਨਾਰਮਲ ਰੇਟਿੰਗ ਮੰਨੀ ਜਾਂਦੀ ਹੈ 4.2, ਪਰ ਉਹਨਾਂ ਨੂੰ ਥਾਇਰਾਇਡ ਜਿਹੜਾ ਸੀ ਉਹ 100+ ਆਇਆ ਸੀ। ਸੋ ਕਿਸ ਤਰ੍ਹਾਂ ਉਹਨਾਂ ਨੇ ਮੈਨੇਜ ਕੀਤਾ, ਕਿਸ ਤਰ੍ਹਾਂ ਹੋਮੋਪੈਥੀ ਉਹਨਾਂ ਵਾਸਤੇ ਸਹਾਈ ਹੋਈ, ਆਓ ਤੁਹਾਨੂੰ ਸੁਣਵਾਉਂਦੇ ਹਾਂ। 2020 ਚ ਮੇਰੇ ਨਾ ਥਾਇਰਾਇਡ ਦੀ ਪ੍ਰੋਬਲਮ ਆ ਗਈ ਸੀ। ਐਕਚੁਅਲੀ ਮੈਨੂੰ ਪਹਿਲੇ ਪ੍ਰੋਬਲਮ ਹੋਈ ਸੀਗੀ ਕਿ ਮੇਰੇ ਨਾ ਲੈਗਸ ਤੇ ਆਰਮਸ ਦੀ ਬਹੁਤ ਪੇਨ ਹੋ ਰਹੀ ਸੀਗੀ ਤੇ ਉੱਠਿਆ ਨਹੀਂ ਜਾ ਰਿਹਾ ਸੀਗਾ ਮੇਰੇ ਤੋਂ। ਮੈਂ ਫਿਰ ਐਕਚੁਅਲੀ ਮੇਰੇ ਹਸਬੈਂਡ ਦੇ ਨਾ ਇੱਕ ਸਿਸਟਰ ਹੈ, ਉਹਨਾਂ ਦੀ ਮਤਲਬ ਉਹ 11 ਫੇਸ ਡਿਸਪੈਂਸਰੀ 'ਚ ਜੋਬ ਕਰਦੇ ਆ ਤੇ ਉਹਨਾਂ ਨੇ ਮੈਨੂੰ ਗਾਈਡ ਕੀਤਾ ਵੀ ਤੁਸੀਂ ਜੇ ਥਾਇਰਾਇਡ ਦੀ ਪ੍ਰੋਬਲਮ ਹੈ ਨਾ ਤਾਂ ਤੁਸੀਂ ਅੰਗਰੇਜ਼ੀ ਦਵਾਈ ਲੈਣ ਦੀ ਬਜਾਏ ਨਾ ਹੋਮਿਓਪੈਥਿਕ ਦਵਾਈ ਲਓ, ਉਹਦੇ ਨਾਲ ਜੜ ਤੋਂ ਬਿਮਾਰੀ ਜਾਊਗੀ। ਤੇ ਮੈਂ ਡਾਕਟਰ ਵਿਨੋਦ ਹੈ ਉੱਥੇ, ਉਹਨਾਂ ਨਾਲ ਕੰਸਰਨ ਕੀਤਾ ਤੇ ਉਹਨਾਂ ਨੇ ਉਸ ਟਾਈਮ ਮੇਰਾ ਥਾਇਰਾਇਡ 100 ਅਬਵ ਸੀਗਾ ਤੇ ਉਹ ਜਦੋਂ ਮੈਂ ਕੰਟੀਨਿਊ ਕੀਤਾ, ਜੋ ਹੌਲੀ ਹੌਲੀ ਘਟਦਾ ਹੁਣ 2022 ਆ ਗਿਆ ਆ ਤੇ ਹੁਣ ਉਹ 9 ਤੱਕ ਪਹੁੰਚ ਗਿਆ, 9.37 ਤੱਕ ਮੇਰਾ ਲਾਸਟ ਵੀਕ 'ਚ ਜੋ ਆਇਆ ਸੀਗਾ ਉਹ ਥਾਇਰਾਇਡ ਇੰਨਾ ਕੁ ਸੀਗਾ। ਤੇ ਜਸਟ ਉਹਦੇ ਵਿੱਚ ਮੈਂ ਇੱਕ ਹੋਰ ਚੀਜ਼ ਦੇਖੀ ਹੈ ਕਿ ਜਿਹੜੀ ਅੰਗਰੇਜ਼ੀ ਦਵਾਈ ਹੁੰਦੀ ਹੈ ਨਾ, ਜੇ ਉਹ ਇੱਕ ਵਾਰ ਛੱਡ ਦਿਓ ਤਾਂ ਦੁਬਾਰਾ ਫਿਰ ਤੋਂ ਕੰਟੀਨਿਊ ਹੋ ਜਾਂਦਾ ਹੈ। ਇਹ ਵਿੱਚ ਨੂੰ ਮੇਰੇ ਮਦਰ ਜੀ ਨਾਲ ਮਿਸਹੈਪਨਿੰਗ ਹੋ ਗਈ ਸੀਗੀ ਕਿ ਮੇਰੇ ਤੋਂ 1.5 ਤੋਂ 2 ਮਹੀਨੇ ਦਵਾਈ ਖਾਈ ਵੀ ਨਹੀਂ ਗਈ ਤੇ ਆਟੋਮੈਟਿਕਲੀ ਮੈਂ ਜਦੋਂ ਚੈੱਕ ਕੀਤਾ ਤਾਂ ਮੇਰਾ ਪਹਿਲਾਂ 12 ਸੀਗਾ ਫੈਬ 'ਚ ਤੇ 1.5 ਕੁ ਮਹੀਨਾ ਮੈਂ ਦਵਾਈ ਨਹੀਂ ਖਾਈ ਤਾਂ ਉਸ ਤੋਂ ਬਾਅਦ ਮੇਰਾ ਆਟੋਮੈਟਿਕਲੀ 9 ਤੇ ਆ ਗਿਆ ਆ ਹੁਣ, ਤੇ ਹੁਣ ਇਸ ਟਾਈਮ 9.37 ਹੈ। ਜੀ ਡਾਕਟਰ ਸਾਹਿਬ, ਇਸ ਕੇਸ ਦੀ ਅਸੀਂ ਗੱਲ ਕਰੀਏ ਤਾਂ ਜਦੋਂ ਇਹ ਪੇਸ਼ੈਂਟ ਤੁਹਾਡੇ ਕੋਲ ਆਏ ਸਨ ਤਾਂ ਕਿਸ ਤਰ੍ਹਾਂ ਦੇ ਹਾਲ ਸਨ ਇਹਨਾਂ ਦੇ? ਜਿਵੇਂ ਦੱਸ ਰਹੇ ਕਿ ਬਹੁਤ ਜ਼ਿਆਦਾ ਥਕਾਨ ਮਹਿਸੂਸ ਕਰਦੇ ਸਨ। ਸੋ ਮੈਨੂੰ ਲੱਗਦਾ ਕਿ ਜੋ 100 ਰੇਟ ਹੈ ਉਹ ਮੋਰ ਦੈਨ ਇਨਫ ਹੈ। ਜੀ ਹਾਂ, ਇਹ ਬਿਲਕੁਲ ਆਪ ਜੀ ਨੇ ਗੁਰਨੀਤ ਠੀਕ ਹੈ, ਕਿਉਂਕਿ ਜਦੋਂ 100 ਹੁੰਦਾ ਤਾਂ ਇਟ ਇਜ਼ ਮੋਰ ਦੈਨ ਇਨਫ, ਬਲਕਿ ਇਹ ਬੜਾ ਅਲਾਰਮਿੰਗ ਇੱਕ ਹੈਗਾ ਕਲੀਨਿਕਲ ਪ੍ਰੈਜੈਂਟੇਸ਼ਨ ਸਾਡੇ ਲਈ ਵੀ। ਤੇ ਜਦੋਂ ਇਹ ਆਏ ਤੇ ਇਹਨਾਂ ਦੇ ਜਿਹੜੇ ਰਿਲੇਟਿਵ ਹੈਗੇ ਸਾਡੇ ਨਾਲ ਉੱਥੇ ਸਟਾਫ ਨਰਸ ਬਤੌਰ ਕੰਮ ਕਰਦੇ ਨੇ, ਤਾਂ ਉਹਨਾਂ ਨੇ ਮੈਨੂੰ ਪੁੱਛਿਆ ਤੇ ਮੈਂ ਕਿਹਾ ਜੀ ਦੇਖੋ ਥਾਇਰਾਇਡ ਦੀ ਜਿਹੜੀ ਵਾਇਬਿਲਿਟੀ ਹੈ, ਜਿਹੜੀ ਫੰਕਸ਼ਨਲ ਵਾਇਬਿਲਿਟੀ ਆਫ ਦਾ ਥਾਇਰਾਇਡ ਹੈ, ਜੇ ਤੁਸੀਂ ਸ਼ੁਰੂਆਤ ਤੋਂ ਹੀ ਹੋਮਿਓਪੈਥੀ ਲੈਂਦੇ ਹੋ ਤਾਂ ਵਾਇਬਿਲਿਟੀ ਬਰਕਰਾਰ ਰਹਿੰਦੀ ਹੈ ਜੀ। ਜੇ ਤੁਸੀਂ ਥਾਇਰੋਕਸਿਨ ਤੇ ਸ਼ੁਰੂਆਤ ਤੋਂ ਪਾ ਦਿੰਦੇ ਥਾਇਰਾਇਡ ਜਿਹੜੇ ਗਲੈਂਡ ਹੈ ਉਹ ਆਪਣਾ ਜਿਹੜਾ ਫੰਕਸ਼ਨ ਹੈ, ਉਹਦੇ ਫੰਕਸ਼ਨ ਜਿਹੜੇ ਹਨ ਉਹ ਆਪਣੇ ਆਪ ਫੰਕਸ਼ਨ ਨਹੀਂ ਕਰਦੀ, ਫਿਰ ਉਹਦੀ ਵਾਇਬਿਲਿਟੀ ਜਿਹੜੀ ਉਹ ਘਟ ਜਾਂਦੀ ਹੈ। ਤੇ ਦੇ ਫੋਲੋਡ ਮੀ, ਤੇ ਜਦੋਂ ਅਸੀਂ ਟ੍ਰੀਟਮੈਂਟ ਸਟਾਰਟ ਕੀਤਾ ਇਨ ਅਗਸਤ 2020 ਸ਼ੀ ਕੇਮ, ਤੇ ਉਸ ਤੋਂ ਬਾਅਦ ਹੌਲੀ ਹੌਲੀ ਇਹਨਾਂ ਦਾ ਜਿਹੜਾ ਹੈ ਉਹ ਥਾਇਰਾਇਡ ਜਿਹੜਾ ਘਟਦਾ ਗਿਆ ਤੇ T3 T4 ਵੀ ਨਾਰਮਲ ਰਿਹਾ ਤੇ ਐਟ ਪ੍ਰੈਜ਼ੈਂਟ ਜਿਹੜੇ ਉਹਨਾਂ ਦਾ ਥਾਇਰਾਇਡ ਹੈ TSH ਹਾਰਮੋਨ 9 ਪੁਆਇੰਟ ਸਮਥਿੰਗ ਹੈ, ਮੈਨੂੰ ਯਾਦ ਨਹੀਂ ਪੂਰਾ ਪ੍ਰੋਪਰਲੀ, ਤੇ ਔਰ ਸ਼ੀ ਇਜ਼ ਫੀਲਿੰਗ ਪਰਫੈਕਟਲੀ ਵੈਲ। ਜਦੋਂ ਇਹ ਆਏ ਸੀਗੇ ਤੇ ਇਹਨਾਂ ਨੂੰ ਮੈਂ ਜਿਵੇਂ ਤੁਹਾਨੂੰ ਪਤਾ ਹੈ ਜਦੋਂ ਅਸੀਂ ਹੋਮਿਓਪੈਥਿਕ ਹਿਸਟਰੀ ਵਰਕਆਊਟ ਕਰਦੇ ਹਾਂ, ਇਹਨਾਂ ਨੂੰ ਇੱਕ ਸਟ੍ਰੈਸ ਲੈਵਲ ਸੀਗਾ, ਇਹਨਾਂ ਦੇ ਕੋਈ ਡੈਥ ਹੋਈ ਸੀ ਘਰ 'ਚ, ਇਹਨਾਂ ਨੇ ਬਹੁਤ ਜ਼ਿਆਦਾ ਸਟ੍ਰੈਸ ਲੈ ਲਿਆ ਉਹਦਾ, ਉਹ ਆਲ ਆਫ ਅ ਸਡਨ ਇਹਨਾਂ ਨੂੰ ਵੀਕਨੈਸ ਰਹਿਣੀ ਸ਼ੁਰੂ ਹੋ ਗਈ, ਲੱਤਾਂ 'ਚ ਦਰਦ ਵਗੈਰਾ ਹੋ ਰਿਹਾ ਜੀ, ਫੈਟੀਗ ਦੇ ਸਿੰਪਟਮ, ਔਰ ਇਹਨਾਂ ਨੂੰ ਹਾਊਸ ਹੋਲਡ ਕੋਰਸ 'ਚ ਵੀ ਕਾਫੀ ਦਿੱਕਤ ਆ ਰਹੀ ਸੀ। ਤੇ ਦੈਨ ਉਹਨਾਂ ਨੇ ਕਿਸੇ ਦੇ ਕਹਿਣ 'ਤੇ ਮੇਰੇ ਖਿਆਲ ਟੈਸਟ ਕਰਵਾਇਆ ਤੇ ਦੈਨ ਇਟ ਕੇਮ ਆਊਟ ਟੂ ਬੀ 100 ਜੀ। ਜਦੋਂ ਟ੍ਰੀਟਮੈਂਟ ਸਟਾਰਟ ਐਂਡ
ਰੈਸਟ ਇਜ਼ ਅ ਹਿਸਟਰੀ, ਰਿਜ਼ਲਟ ਤੁਹਾਡੇ ਸਾਹਮਣੇ ਨੇ। ਡਾਕਟਰ ਸਾਹਿਬ, ਜਿਵੇਂ ਕਿਹਾ ਜਾਂਦਾ ਹੈ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਔਰ ਅੱਜ ਕੱਲ੍ਹ ਇਸ ਤੋਂ ਵੀ ਪਹਿਲਾਂ ਦੀਆਂ ਗੱਲਾਂ ਜੋ ਮੈਡੀਕਲ ਸਾਇੰਸ ਹੈ ਉਹ ਕਰਨ ਲੱਗੀ ਹੈ। ਉਹ ਕਹਿੰਦੀ ਹੈ ਕਿ ਕਿਸੇ ਵੀ ਬਿਮਾਰੀ ਦੇ ਤੁਹਾਡੇ ਅੰਦਰ ਸਿੰਪਟਮਸ ਅਰਾਈਜ਼ ਹੋਣ, ਉਸ ਤੋਂ ਪਹਿਲਾਂ ਹੀ ਤੁਸੀਂ ਉਸ ਦਾ ਖਿਆਲ ਰੱਖਣਾ ਹੈ। ਮਤਲਬ ਸਪੋਜ਼ ਕਿ ਅਗਰ ਤੁਹਾਡੀ ਡਾਇਬਟੀਜ਼ ਦੀ ਗੱਲ ਹੈ ਜਾਂ ਤੁਹਾਡੇ BP ਦੀ ਗੱਲ ਹੈ, ਮਤਲਬ ਇਸ ਤੋਂ ਪਹਿਲਾਂ ਕਿ ਉਹ ਬਾਰਡਰ ਲਾਈਨ 'ਤੇ ਆਵੇ, ਉਸ ਤੋਂ ਪਹਿਲਾਂ ਹੀ ਉਸ ਨੂੰ ਕਿਉਰ ਕਰ ਲੈਣਾ ਬਿਹਤਰ ਹੈ। ਸੋ ਸਟ੍ਰੈਸ ਜਿਹੜਾ ਹੈ, ਜਿਵੇਂ ਤੁਸੀਂ ਦੱਸਿਆ 1-2 ਵਾਰ ਪਹਿਲਾਂ ਵੀ ਤੁਸੀਂ ਡਿਸਕਸ ਕੀਤਾ ਕਿ ਬਹੁਤ ਸਾਰੀ ਬਿਮਾਰੀਆਂ ਦੀ ਜੜ ਹੈ, ਉਸ ਨਾਲ ਸਾਡੀ ਜਿਹੜੀ ਇੰਟਰਨਲ ਫੰਕਸ਼ਨਿੰਗ ਹੈ ਉਹ ਡਿਸਟਰਬ ਹੋ ਜਾਂਦੀ ਹੈ। ਸੋ ਅਗਲਾ ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਜਿਸ ਤਰ੍ਹਾਂ ਮਦਰਸ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਸਟ੍ਰੈਸ ਲੈ ਲੈਂਦੀਆਂ ਨੇ, ਪੋਸਟ ਪ੍ਰੈਗਨੈਂਸੀ ਸਟ੍ਰੈਸ ਲੈ ਲੈਂਦੀਆਂ ਨੇ, ਜਾਂ ਘਰ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਮਿਸ ਹੈਪਨਿੰਗ ਹੋ ਗਈ ਹੈ, ਅਸੀਂ ਉਸ ਦਾ ਸਟ੍ਰੈਸ ਲੈ ਲਿਆ। ਸੋ ਕਿਸ ਤਰ੍ਹਾਂ ਸਟ੍ਰੈਸ ਲੈਵਲ ਨੂੰ ਅਸੀਂ ਮੈਨੇਜ ਕਰੀਏ ਜਾਂ ਟੈਕਲ ਕਰੀਏ ਤਾਂ ਜੋ ਸਾਨੂੰ ਜਿਹੜੀ ਇਸ ਤਰ੍ਹਾਂ ਦੀ ਪ੍ਰੋਬਲਮਸ ਨੇ ਉਹ ਫੇਸ ਨਾ ਕਰਨੀਆਂ ਪੈਣ? ਅੱਜ ਕੱਲ੍ਹ ਵੈਸੇ ਜੋ এনवायरमेंट ਹੈ, ਤੁਹਾਨੂੰ ਪਤਾ ਹੀ ਹੈ, ਸਟ੍ਰੈਸਫੁਲ ਤਾਂ ਹੈ ਹੀ ਹੈ, ਪਰ ਸਟ੍ਰੈਸ ਨੂੰ ਕਿੱਦਾਂ ਨਾ ਲਈਏ, ਸਭ ਤੋਂ ਪਹਿਲੇ ਗੱਲ ਇਹ ਆ ਕਿ ਸੈਡੈਂਟਰੀ ਲਾਈਫ ਹੈਬਿਟਸ ਜੇ ਸਾਡੀਆਂ ਹੋਣਗੀਆਂ ਔਰ ਸਾਡਾ ਖਾਣ ਪਾਣ ਜੇ ਇਹੋ ਜਿਹਾ ਵੈਸਟਰਨ ਹੋਏਗਾ ਤੇ ਸਟ੍ਰੈਸ ਆਟੋਮੈਟਿਕਲੀ ਤੁਹਾਡੇ 'ਚ ਆਏਗਾ। ਜਦੋਂ ਅਸੀਂ ਫਿਜ਼ੀਕਲ ਐਕਟੀਵਿਟੀ, ਸਪੈਸ਼ਲੀ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਇੰਟਰਨੈਸ਼ਨਲ ਯੋਗਾ ਡੇ ਸਾਡੇ UN 'ਚ ਪਾਸ ਹੋਇਆ ਹੈ ਇਹ ਮਤਾ, ਔਰ ਇਹ ਸਾਰੇ ਇੰਟਰਨੈਸ਼ਨਲੀ ਐਕਲੇਮਡ ਇਹ ਬਾਡੀ ਨੂੰ ਹੈਲਦੀ ਰੱਖਣ ਵਾਸਤੇ ਯੋਗਾ ਸਾਰੇ ਲੋਕੀ ਕਰਨਾ ਸ਼ੁਰੂ ਹੋ ਗਏ ਨੇ। ਅੱਛਾ, ਉਸ ਤੋਂ ਬਾਅਦ ਤੁਸੀਂ ਯੋਗਾ ਦੇ ਜਿਹੜੇ ਵੱਖ-ਵੱਖ ਆਯਾਮ ਨੇ, ਪ੍ਰਾਣਾਯਾਮ ਹੋ ਗਿਆ ਬਸ, ਔਰ ਉਸ ਤੋਂ ਬਾਅਦ ਆਸਨ ਹੋ ਗਏ ਜੀ, ਉਸ ਤੋਂ ਬਾਅਦ ਹਲਕੀਆਂ ਐਕਸਰਸਾਈਜ਼ਸ ਇਹੋ ਜਿਹੀਆਂ ਹੋ ਗਈਆਂ ਜਿਹੜੀਆਂ ਆਪਾਂ ਘਰ ਬੈਠ ਕੇ ਕਰ ਸਕਦੇ ਹਾਂ। ਅੱਜ ਕੱਲ੍ਹ ਲੋਕੀ ਮੈਂ ਦੇਖਿਆ ਵੀ ਐਕਸਰਸਾਈਜ਼ ਨੂੰ ਨਾ ਦੂਜੇ ਪਾਸੇ ਲੈ ਜਾਂਦੇ ਕਈ ਵਾਰੀ। ਜਦੋਂ ਆਪਾਂ ਜਿਮ ਜਾਂਦੇ ਬਾਡੀ ਤੇ ਸਾਡੀ ਬਣ ਜਾਂਦੀ ਹੈ, ਅਸੀਂ ਜ਼ਬਰਦਸਤੀ ਬਣਾ ਲੈਂਦੇ ਹਾਂ, ਪਰ ਉਹਦੇ ਨਾਲ ਹੁੰਦਾ ਕਿ ਸਟ੍ਰੈਸ ਹਾਰਮੋਨ ਬਾਡੀ 'ਚ ਰਿਲੀਜ਼ ਹੁੰਦੇ ਹੈ, ਔਰ ਉਸ ਜਿਮ ਤੁਸੀਂ ਜਦੋਂ ਛੱਡੋਗੇ ਉਸ ਤੋਂ ਬਾਅਦ ਫਿਰ ਬਾਡੀ ਹੋਰ ਪਲੰਪੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜੀ, ਜ਼ਿਆਦਾ ਬੈਟਰ ਇਹ ਰਹਿੰਦਾ ਕਿ ਜਿਹੜੀ ਇੰਡੀਅਨ ਕਲਚਰ 'ਚ, ਸਾਡੀ ਵੈਦਿਕ ਕਲਚਰ 'ਚ ਐਕਸਰਸਾਈਜ਼ਸ ਦੱਸੀ ਗਈਆਂ ਨੇ, ਯੋਗਾ ਐਂਡ ਪ੍ਰਾਣਾਯਾਮ, ਇਹ ਸਭ ਤੋਂ ਬੈਸਟ ਨੇ। ਅਸੀਂ ਹੋਰ ਵੀ ਕੁਝ ਐਕਸਰਸਾਈਜ਼ਾਂ ਇਹਦੇ 'ਚ ਥੋੜ੍ਹੀ ਬਹੁਤ ਐਡ ਕਰਦੇ, ਜਿਵੇਂ ਜੋਗਿੰਗ ਹੋ ਗਈ, ਮਾਰਨਿੰਗ ਵਾਕ ਹੋ ਗਈ, ਇਹ ਜਿਹੜੀਆਂ ਸਾਰੀਆਂ ਕੁੱਲ ਮਿਲਾ ਕੇ ਐਕਸਰਸਾਈਜ਼ਾਂ ਸਾਡੀ ਐਕਟੀਵਿਟੀਜ਼ ਹੋ ਗਈਆਂ। ਹੋਰ ਇੱਕ ਸਭ ਤੋਂ ਬੈਟਰ ਜਿਹੜਾ ਇਹਨੂੰ ਕਾਊਂਟਰ ਕਰਨ ਦਾ ਤਰੀਕਾ ਹੈ ਉਹ ਹੈ ਕੁਝ ਹੌਬੀਜ਼ ਅਪਣਾਈਆਂ ਇਹੋ ਜਿਹੀਆਂ ਜਾਣ ਜਿਹੜੇ ਕਿ ਤੁਹਾਡਾ ਦਿਲ ਲੱਗਦਾ, ਜਿਹੜੇ ਵੀ ਕੰਮ ਕਰਨੇ, ਕਈ ਨੂੰ ਮਿਊਜ਼ਿਕ ਹੌਬੀ ਹੁੰਦੀ ਹੈ, ਹੋਰ ਕੋਈ ਐਸੇ ਕੰਮ ਹੁੰਦੇ, ਸੋਸ਼ਲ ਵਰਕ ਹੈ। ਤਾਂ ਇਹੋ ਜਿਹੀ ਚੀਜ਼ਾਂ ਨੂੰ ਐਟ ਦਾ ਬੇ ਰੱਖਣ ਵਾਸਤੇ ਇਹ ਜਿਹੜੀ ਚੀਜ਼ਾਂ ਜੇ ਆਪਾਂ ਕਰੀਏ ਤਾਂ ਉਹਦੇ ਨਾਲ ਕਾਫੀ ਹੱਦ ਤੱਕ ਅਸੀਂ ਆਪਣੇ ਆਪ ਨੂੰ ਬਿਜ਼ੀ ਵੀ ਰੱਖਦੇ ਹਾਂ ਔਰ ਐਟ ਦੀ ਸੇਮ ਟਾਈਮ ਸਾਡਾ ਸਟ੍ਰੈਸ ਲੈਵਲ ਵੀ ਘਟਦਾ ਹੈ। ਜੀ ਬਿਲਕੁਲ, ਕਿਸੇ ਨਾ ਕਿਸੇ ਅੱਛੀ ਹੌਬੀ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਜਿਸ ਨਾਲ ਸਾਡਾ ਕੌਨਸ਼ੀਅਸ ਸਬਕੌਨਸ਼ੀਅਸ ਮਾਈਂਡ ਜਿਹੜਾ ਉੱਧਰ ਨੂੰ ਡਾਇਵਰਟ ਰਹਿੰਦਾ ਹੈ ਔਰ ਇਹਨਾਂ ਤਮਾਮ ਚੀਜ਼ਾਂ ਵੱਲ ਸਾਡਾ ਖਿਆਲ ਨਹੀਂ ਜਾਂਦਾ ਹੈ। ਡਾਕਟਰ ਸਾਹਿਬ, ਇਸ ਨਾਲ ਮਿਲਦਾ ਜੁਲਦਾ ਸਵਾਲ ਇਹ ਹੈ ਕਿ ਜਦੋਂ ਕਿਸੇ ਨੂੰ ਥਾਇਰਾਇਡ ਦੀ ਦਿੱਕਤ ਆਉਂਦੀ ਹੈ ਵਿਦ ਮੈਡੀਸਿਨਸ, ਤੁਸੀਂ ਖਾਣ ਪਾਣ ਵਾਸਤੇ ਕਿਸ ਤਰ੍ਹਾਂ ਦੇ ਪਰਹੇਜ਼ ਦੱਸਦੇ ਹੋ ਜਾਂ ਕਿਸ ਤਰ੍ਹਾਂ ਦੀਆਂ ਨੈਚੁਰਲ ਚੀਜ਼ਾਂ ਦੱਸਦੇ ਹੋ ਕਿ ਇਹ ਸਾਨੂੰ ਨਾਲ ਖਾਣੇ 'ਚ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਥਾਇਰਾਇਡ ਜਿਹੜਾ ਉਹ ਠੀਕ ਰਹੇ? ਸਪੈਸ਼ਲੀ ਜਦੋਂ ਥਾਇਰਾਇਡ ਹੁੰਦਾ, ਹਾਈਪੋਥਾਇਰਾਇਡਿਜ਼ਮ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਬਾਡੀ ਦੀ ਪ੍ਰੋਸੈਸਿਸ ਕਾਫੀ ਸਲੋ ਹੋ ਜਾਂਦੀਆਂ ਨੇ, ਡਾਈਜੈਸ਼ਨ ਸਲੋ ਹੋ ਜਾਂਦਾ ਹੈ ਔਰ ਜਿਹੜਾ ਅਸੀਂ ਫੂਡ ਖਾਂਦੇ ਉਹਦੀ ਪ੍ਰੋਸੈਸਿੰਗ ਸਲੋ ਹੋ ਜਾਂਦੀ ਹੈ। ਅਤੇ ਜਦੋਂ ਆਪਾਂ ਹੈਵੀ ਚੀਜ਼ਾਂ ਜਾਂ ਟਰਾਂਸ ਫੈਟ ਵਾਲੀਆਂ ਚੀਜ਼ਾਂ ਜਾਂ ਜਿਹੜੀਆਂ ਬਾਜ਼ਾਰ 'ਚ ਅੱਜ ਕੱਲ੍ਹ ਕੰਟੀਨੈਂਟਲ ਫੂਡ ਹੈਗਾ, ਟਰਾਂਸ ਫੈਟ ਸਪੈਸ਼ਲੀ, ਅਤੇ ਕੋਲੈਸਟਰੋਲ ਤੁਸੀਂ ਦੇਖਿਆ ਹੋਣਾ ਇਹ ਮੈਕਸਿਮਮ ਲੋਕਾਂ 'ਚ ਇਨਕਰੀਜ਼ਡ ਹੁੰਦਾ ਹੈ, ਸਪੈਸ਼ਲੀ ਹਾਈਪੋਥਾਇਰਾਇਡਿਜ਼ਮ ਦੇ ਪੇਸ਼ੈਂਟ ਜਿਹੜੇ ਹੁੰਦੇ ਅਤੇ ਉਹ ਜਿਹੜਾ ਪੂਰਾ ਬਰਨ ਨਹੀਂ ਹੁੰਦਾ ਫੈਟ ਚੰਗੀ ਤਰ੍ਹਾਂ, ਜਿਹੜੀ ਸਾਡੀ ਬਾਡੀ ਦੀ ਪ੍ਰੋਸੈਸ ਹੈ ਪੂਰੀ ਫੇਲ ਹੋ ਜਾਂਦੀ ਹੈ ਜਿਹਨੂੰ ਬਰਨ ਕਰਨ ਵਾਸਤੇ, ਅਤੇ ਅਲਟੀਮੇਟਲੀ ਮੋਟਾਪਾ ਜਿਹੜਾ ਹੈ ਉਹ ਆ ਜਾਂਦਾ ਹੈ। ਅਤੇ ਇਹਦੇ 'ਚ ਸਭ ਤੋਂ ਬੈਟਰ ਇਹੀ ਹੈ ਕਿ ਐਸੀਆਂ ਚੀਜ਼ਾਂ ਖਾਈਆਂ ਜਾਣ ਜਿਹੜੀ ਈਜ਼ੀਲੀ ਡਾਈਜੈਸਟੇਬਲ ਹੋਣ। ਵੈਸੇ ਵੀ ਫੂਡ ਜਿਹੜਾ ਈਜ਼ੀਲੀ ਡਾਈਜੈਸਟਿਵਲੀ ਜਦੋਂ ਆਪਾਂ ਖਾਈਏ ਤਾਂ ਸਾਡੀ ਬਾਡੀ 'ਤੇ ਦੁਸ਼ਪ੍ਰਭਾਵ ਨਹੀਂ ਪੈਂਦੇ, ਪੋਨੇ ਆ ਜਾਂ ਕੋਈ ਹੋਰ ਐਸੀਆਂ ਚੀਜ਼ਾਂ ਅਸੀਂ ਬਾਜ਼ਾਰ 'ਚ ਜਿਹੜੀਆਂ ਅੱਜ ਕੱਲ੍ਹ ਖਾਂਦੇ ਹਾਂ, ਅਤੇ ਇਹਦੇ ਨਾਲ ਮੋਟਾਪਾ ਵੱਧਦਾ ਹੀ ਹੈ। ਸਪੈਸ਼ਲੀ ਥਾਇਰਾਇਡ ਨਾਲ ਹੀ ਨਹੀਂ, ਵੈਸੇ ਵੀ ਅਦਰਵਾਈਜ਼ ਤੁਸੀਂ ਦੇਖੋ ਹੋਰ ਵੀ ਕਿੰਨੀਆਂ ਚੀਜ਼ਾਂ ਸਾਡੇ ਆਸੇ ਪਾਸੇ ਦੇਖਣ ਨੂੰ ਮਿਲਦੀਆਂ, ਸਪੈਸ਼ਲੀ ਡਿਊ ਟੂ ਦਾ ਫੂਡ। ਜੀ, ਅਤੇ ਆਯੁਰਵੈਦਿਕ 'ਚ ਤਾਂ ਇਹ ਵੀ ਕਿਹਾ ਜਾਂਦਾ ਕਿ ਆਹਾਰ ਚਿਕਿਤਸਾ ਆਹਾਰ ਰੋਗ। ਜੇ ਤੁਸੀਂ ਆਹਾਰ ਨੂੰ ਚੰਗੀ ਤਰ੍ਹਾਂ ਖਾਓਗੇ ਤਾਂ ਇਹੀ ਚਿਕਿਤਸਾ ਬਣ ਜਾਂਦੀ ਹੈ, ਜਦੋਂ ਇਹਨੂੰ ਤੁਸੀਂ ਬਦਪਰਹੇਜ਼ੀ ਨਾਲ ਖਾਓਗੇ ਤਾਂ ਇਹੀ ਤੁਹਾਡੇ ਲਈ ਰੋਗ ਬਣ ਜਾਂਦੀ ਹੈ। ਅਤੇ ਕੁੱਲ ਮਿਲਾ ਕੇ ਆਹਾਰ ਜਿਹੜਾ ਬੜਾ ਲਾਈਟ ਸਿੰਪਲ ਹੋਣਾ ਚਾਹੀਦਾ, ਸਿੰਪਲ ਐਂਡ ਨਿਊਟ੍ਰੀਸ਼ੀਅਸ, ਜਿਹਦੇ 'ਚ ਆਪਾਂ ਫਲ ਔਰ ਸਬਜ਼ੀਆਂ, ਸੈਲਡਸ ਆਪਾਂ ਐਡ ਕਰ ਸਕਦੇ। ਇੱਕ ਮੈਂ ਹੋਰ ਗੱਲ ਰਿਸ਼ੀ ਭਾਗਵਤ ਦੀ, ਦੇਖੋ ਇਹ ਆਯੁਰਵੈਦਿਕ ਵੈਸੇ ਹੈ ਪਾਰਲੈਂਸ 'ਚ ਮੈਂ ਕਹਿ ਰਿਹਾ, ਜਿਹਨੂੰ ਆਪਾਂ ਬੇਸਲ ਮੈਟਾਬੋਲਿਕ ਰੇਟ, ਜਦੋਂ ਤੁਸੀਂ ਕਹਿੰਦੇ ਵੀ ਜਦੋਂ ਰੋਟੀ ਖਾਂਦੇ ਹੋ ਤਾਂ ਉਸ ਤੋਂ ਘੰਟਾ ਪਹਿਲਾਂ ਔਰ 2 ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਜੀ, ਔਰ ਰੋਟੀ ਖਾਣ ਤੋਂ ਪਹਿਲਾਂ ਸੈਲਡ ਖਾਣਾ ਚਾਹੀਦਾ ਜੀ। ਜਦੋਂ ਰੋਟੀ ਖਾਣ ਤੋਂ ਪਹਿਲਾਂ ਆਪਾਂ ਸੈਲਡ ਖਾਂਦੇ ਹਾਂ ਤਾਂ ਜਿਹੜੀ ਸਾਡੀ ਬਾਡੀ ਹੈ ਜਠਰਗਨੀ ਉਹ ਉਹਨੂੰ ਐਬਜ਼ੌਰਬ ਵੀ ਕਰਦੀ ਹੈ, ਐਟ ਦੀ ਸੇਮ ਟਾਈਮ ਫਾਈਬਰ ਸਾਨੂੰ ਮਿਲਦਾ ਹੈ। ਨੰਬਰ 2, ਜਦੋਂ ਆਪਾਂ ਰੋਟੀ ਖਾਂਦੇ ਉਹ ਬੜੀ ਈਜ਼ੀਲੀ ਡਾਈਜੈਸਟ ਹੋ ਜਾਂਦੀ ਹੈ, ਔਰ ਜਦੋਂ ਆਪਾਂ ਰੋਟੀ ਤੋਂ 2 ਘੰਟੇ ਬਾਅਦ ਮੀਨਸ ਪੋਸਟ ਪ੍ਰੈਂਡੀਅਲ ਪਾਣੀ ਪੀਂਦੇ ਹਾਂ ਅਤੇ
ਖਾਣਾ ਡਾਈਜੈਸਟ ਹੋ ਕੇ ਇੰਟੈਸਟਾਈਨ 'ਚ ਜਾ ਚੁੱਕਿਆ ਹੁੰਦਾ ਜੀ। ਤੇ ਡਾਈਜੈਸ਼ਨ ਦੀ ਪੂਰੀ ਹੈਲਪ ਮਿਲਦੀ। ਜੇ ਆਪਾਂ ਰੋਟੀ ਦੇ ਨਾਲ ਪਾਣੀ ਪੀ ਜਾਈਏ, ਪੇਟ ਫੁੱਲਦਾ ਹੈ, ਮੋਟਾਪਾ ਵੱਧਦਾ ਹੈ, ਬੈਡ ਕੋਲੇਸਟ੍ਰੋਲ ਜ਼ਿਆਦਾ ਵੱਧਦਾ ਹੈ, ਇਨਕੰਪਲੀਟ ਕੰਬਸ਼ਨ ਆਫ ਦੀ ਫੂਡ ਨਾਲ। ਔਰ ਹਾਈਪੋਥਾਇਰਾਇਡਿਜ਼ਮ ਵਾਲੇ ਪੇਸ਼ੈਂਟ 'ਚ ਇਹ ਬਹੁਤ ਹੀ ਜ਼ਿਆਦਾ ਹੁੰਦਾ, ਤੁਸੀਂ ਦੇਖਿਆ ਹੋਣਾ ਹੈ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਲੋਕ ਕਹਿੰਦੇ ਆ ਕਿ ਥਾਇਰਾਇਡ ਦੋ ਕਿਸਮ ਦਾ ਹੁੰਦਾ ਹੈ, ਇੱਕ ਮੋਟਾਪੇ ਵਾਲਾ ਥਾਇਰਾਇਡ ਔਰ ਇੱਕ ਇਸ ਤਰ੍ਹਾਂ ਦਾ ਹੁੰਦਾ ਜਿਸ ਵਿੱਚ weight ਜਿਹੜਾ ਹੈ ਉਹ ਇੰਸਟੈਂਟਲੀ ਘਟਣਾ ਸ਼ੁਰੂ ਹੋ ਜਾਂਦਾ ਔਰ ਘਟਦਾ ਹੀ ਚਲਾ ਜਾਂਦਾ ਹੈ। ਪੇਸ਼ੈਂਟ ਦਾ ਨਾ ਤਾਂ ਜਿਨ੍ਹਾਂ ਨੂੰ weight gain ਹੋ ਰਿਹਾ ਹੁੰਦਾ ਉਸ ਤੇ ਕੰਟਰੋਲ ਹੁੰਦਾ ਔਰ ਨਾ ਹੀ ਜਿਨ੍ਹਾਂ ਦਾ ਘਟ ਰਿਹਾ ਹੁੰਦਾ ਉਸ ਤੇ ਕੰਟਰੋਲ ਹੋ ਰਿਹਾ ਹੁੰਦਾ। ਔਰ ਐਲੋਪੈਥੀ ਦੀ ਦਵਾਈਆਂ ਖਾ ਕੇ ਲੋਕ ਵੈਸੇ ਵੀ ਬਹੁਤ ਤੰਗ ਆ ਚੁੱਕੇ ਹੁੰਦੇ ਆ, ਪਰ ਫਿਰ ਵੀ ਅਸਰ ਜਿਹੜਾ ਹੈ ਉਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਸੋ ਪਹਿਲਾਂ ਤਾਂ ਮੋਟੇ ਪਤਲੇ ਜਿਹੜਾ ਕਰਨ ਵਾਲਾ ਥਾਇਰਾਇਡ ਹੈ ਉਸ ਦੇ ਵਿੱਚ ਅੰਤਰ ਕੀ ਹੈ, ਫਰਕ ਕੀ ਹੈ ਔਰ ਇਸ ਤੋਂ ਬਚਾ ਕਿਵੇਂ ਕੀਤਾ ਜਾਵੇ, ਇਹ ਵੀ ਦੱਸੋ। ਜਦੋਂ ਥਾਇਰਾਇਡ ਹਾਰਮੋਨ ਹੱਦ ਤੋਂ ਜ਼ਿਆਦਾ ਹੋਵੇ ਉਹਨੂੰ ਹਾਈਪਰਥਾਇਰਾਇਡਿਜ਼ਮ ਕਹਿ ਦਿੰਦੇ ਆ। ਜਦੋਂ ਨਾਰਮਲ ਰਿਕੁਆਇਰਡ ਲਿਮਿਟ ਤੋਂ ਲੋ ਹੋਵੇ ਉਹਨੂੰ ਹਾਈਪੋਥਾਇਰਾਇਡਿਜ਼ਮ ਕਹਿ ਦਿੰਦੇ ਆ। ਸਿੰਪਟਮਟੋਲੋਜੀ ਇਸ ਤਰ੍ਹਾਂ ਹੈ ਜੀ, ਜਦੋਂ ਹਾਈਪਰਥਾਇਰਾਇਡਿਜ਼ਮ ਹੁੰਦਾ ਹੈ ਤੇ ਕਿਉਂਕਿ ਬੇਸਲ ਮੈਟਾਬੋਲਿਕ ਰੇਟ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਇਹਦੇ ਕਰਕੇ ਬਹੁਤ ਸਰੀਰ ਪਤਲਾ ਹੋ ਜਾਂਦਾ ਹੈ, ਬਾਡੀ ਦਾ ਫੈਟ ਜਿਹੜਾ ਐਗਜ਼ੌਸਟ ਹੋ ਜਾਂਦਾ ਹੈ। ਜਿੰਨਾ ਅਸੀਂ ਚੀਜ਼ਾਂ ਖਾਂਦੇ ਹਾਂ ਉਹ ਸਾਰੀਆਂ ਹੀ ਸਰੀਰ 'ਚ ਤੁਸੀਂ ਇਹ ਕਹ ਲਓ ਭਸਮ ਹੀ ਹੋ ਜਾਂਦੀਆਂ ਨੇ। ਅਤੇ ਇਹਦੇ ਨਾਲ ਐਂਗਜ਼ਾਇਟੀ ਜਿਹੜੀ ਹੈ ਪੇਸ਼ੈਂਟ ਦੀ ਬਹੁਤ ਜ਼ਿਆਦਾ ਵੱਧਦੀ ਹੈ, ਭੁੱਖ ਬਹੁਤ ਜ਼ਿਆਦਾ ਲੱਗਦੀ ਹੈ, ਰੋਟੀ ਬਹੁਤ ਜ਼ਿਆਦਾ ਬੰਦਾ ਖਾਂਦਾ ਹੈ ਅਤੇ ਉਸ ਦੇ ਨਾਲ ਦੀ ਨਾਲ ਉਹਦਾ ਸਰੀਰ ਵੀ ਪਤਲਾ ਹੋ ਜਾਂਦਾ ਹੈ। ਘਬਰਾਹਟ, ਬੇਚੈਨੀ ਉਹਨੂੰ ਬਹੁਤ ਜ਼ਿਆਦਾ ਲੱਗ ਜਾਂਦੀ ਹੈ, ਸਵੈਟਿੰਗ ਬਹੁਤ ਜ਼ਿਆਦਾ ਹੁੰਦੀ ਹੈ। ਇਹ ਸਿੰਪਟਮ ਨੇ ਹਾਈਪਰਥਾਇਰਾਇਡਿਜ਼ਮ ਦੇ। ਜੀ। ਇਸ ਤੋਂ ਉਲਟ ਜਦੋਂ ਬੇਸਲ ਮੈਟਾਬੋਲਿਕ ਰੇਟ ਘੱਟ ਹੋ ਜਾਏਗਾ, ਜਦੋਂ ਥਾਇਰਾਇਡ ਹਾਰਮੋਨ ਘੱਟ ਹੋਏਗਾ ਅਤੇ ਜਦੋਂ ਇਹ ਚੀਜ਼ ਹੁੰਦੀ ਹੈ ਤਾਂ ਇਹਦੇ ਨਾਲ ਮੋਟਾਪਾ ਆਉਂਦਾ ਹੈ ਜੀ। ਸਾਰੇ ਬਾਡੀ ਦੇ ਫੰਕਸ਼ਨ ਸਲੋ ਹੋ ਜਾਣਗੇ, ਇੰਡਾਈਜੈਸ਼ਨ ਹੋਏਗਾ ਔਰ ਜਿੰਨਾ ਵੀ ਫੈਟ ਹੈ ਉਹ ਪੂਰਾ ਪ੍ਰੋਪਰਲੀ ਬਰਨ ਨਾ ਹੋ ਕੇ ਬਾਡੀ ਡਿਪੋਜ਼ਿਟ ਹੋ ਜਾਂਦਾ, ਜਿਹਨੂੰ ਆਪਾਂ ਮਿਗਜ਼ੋਡਰਮੈਟਿਸ ਟਿਸ਼ੂ ਵੀ ਕਹਿੰਦੇ ਹਾਂ। ਇਹਦੇ ਦੋ ਪ੍ਰਕਾਰ ਜਿਹੜੇ ਮੈਡੀਕਲ ਸਾਡੀ ਬੁੱਕਸ 'ਚ ਬਿਆਨ ਕੀਤੇ ਗਏ ਨੇ। ਇੱਕ ਤਾਂ ਹੈਗਾ ਕ੍ਰਿਟਿਨਿਜ਼ਮ ਬੱਚਿਆਂ 'ਚ ਹੁੰਦਾ ਹੈ ਐਂਡ ਮਿਗਜ਼ੋਡੀਮਾ ਲੇਡੀਜ਼ 'ਚ ਜਾਂ ਅਡਲਟਸ 'ਚ ਹੁੰਦਾ ਹੈ। ਅਤੇ ਇਹਦੇ ਨਾਲ ਪਫੀਨੈਸ ਆਫ ਦਾ ਫੇਸ ਹੁੰਦਾ ਹੈ, ਫੀਵਰਿਸ਼ ਫੀਲਿੰਗ ਹੁੰਦੀ ਹੈ, ਬਾਡੀ ਰਹਿੰਦੀਆਂ ਨੇ, ਬਾਲ ਝੜਨਾ ਸ਼ੁਰੂ ਹੋ ਜਾਂਦੇ, ਕੌਨਸਟੀਪੇਸ਼ਨ ਰਹਿੰਦੀ ਹੈ, ਡਰਾਈ ਸਕਿਨ ਹੋ ਜਾਂਦੀ ਹੈ। ਇਹ ਸਾਰੇ ਸਿੰਪਟਮ ਹਾਈਪੋਥਾਇਰਾਇਡਿਜ਼ਮ ਦੇ ਨੇ। ਜੀ ਡਾਕਟਰ ਸਾਹਿਬ, ਇਹਨਾਂ ਦੋਨਾਂ ਵਿੱਚੋਂ ਕਿਹੜਾ ਜਿਹੜਾ ਥਾਇਰਾਇਡ ਹੈ ਉਹ ਜ਼ਿਆਦਾ ਕਾਮਨ ਹੈ ਅਤੇ ਜੋ weight gain ਕਰਨ ਵਾਲਾ ਥਾਇਰਾਇਡ ਹੈ ਕੀ ਉਹ ਈਜ਼ੀਲੀ ਕੰਟਰੋਲ ਕੀਤਾ ਜਾ ਸਕਦਾ ਜਾਂ ਦੋਨਾਂ ਨੂੰ ਹੀ ਈਜ਼ੀਲੀ ਕੰਟਰੋਲ ਕੀਤਾ ਜਾ ਸਕਦਾ? ਜਿਹੜਾ weight gain ਕਰਨ ਵਾਲਾ ਥਾਇਰਾਇਡਿਜ਼ਮ ਮੀਨਸ ਹਾਈਪੋਥਾਇਰਾਇਡਿਜ਼ਮ, ਮੈਂ ਆਪਣੀ ਜਿਹੜੀ ਪ੍ਰੈਕਟਿਸ ਉਹਦੇ ਜ਼ਿਆਦਾ ਲੋਕੀ ਦੇਖਿਆ। ਹਾਈਪਰਥਾਇਰਾਇਡਿਜ਼ਮ ਬਹੁਤ ਘੱਟ ਮੇਰੇ ਕੋਲ ਕੇਸਿਸ ਆਏ ਨੇ ਅਤੇ ਹਾਈਪੋਥਾਇਰਾਇਡਿਜ਼ਮ ਜਿੱਥੇ ਤੱਕ ਮੈਂ ਦੇਖਿਆ, ਮੈਂ ਆਪਣੀ ਹੋਮਿਓਪੈਥੀ 'ਚ ਅਸੀਂ ਦੇਖਿਆ ਜਦੋਂ ਪੇਸ਼ੈਂਟ ਸਾਡੇ ਕੋਲ ਇਨੀਸ਼ੀਅਲੀ ਹੀ ਆ ਜਾਂਦਾ ਹੈ ਤਾਂ ਬੜੀ ਛੇਤੀ ਉਹ ਠੀਕ ਹੋ ਜਾਂਦਾ ਹੈ। ਜਿਵੇਂ ਮੈਂ ਤੁਹਾਨੂੰ 2 ਕੇਸ ਕੋਟ ਕੀਤੇ, ਇੱਕ ਬੱਚੇ ਦਾ ਸੀਗਾ ਜਦੋਂ ਉਹ ਪੂਰੀ ਉਮਰ ਮੈਡੀਸਨ ਐਂਡੋਕ੍ਰਾਈਨੋਲੋਜਿਸਟ ਖਾਣ ਵਾਸਤੇ ਕਹਿ ਰਹੇ ਸੀਗੇ, ਅਤੇ ਇੱਕ ਇਹ ਕੇਸ ਜਿਹੜਾ ਪ੍ਰੈਜ਼ੈਂਟਲੀ ਮੈਂ ਪ੍ਰੈਜ਼ੈਂਟ ਕੀਤਾ ਅਤੇ ਇਹਦੇ 'ਚ ਵੀ ਹੁਣ ਦੇਖੋ 100 ਸੀਗਾ ਔਰ ਗ੍ਰੈਜੂਅਲੀ ਕਿੱਦਾਂ ਡਾਊਨ ਆਇਆ ਵਿਦਆਊਟ ਐਨੀ ਅਦਰ ਹੈਲਪ। ਜੀ। ਸੋ ਇਸ ਤੋਂ ਇਲਾਵਾ ਡਾਕਟਰ ਸਾਹਿਬ, ਜਦੋਂ ਥਾਇਰਾਇਡ ਦੀ ਸਾਡੇ ਬਾਡੀ ਅੰਦਰ ਡਿਸਟਰਬੈਂਸ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਕਿਉਂਕਿ ਇਹ ਇੱਕ ਗਲੈਂਡ ਡਿਸਆਰਡਰ ਹੈ, ਇਸ ਦੇ ਨਾਲ ਬਾਡੀ ਉੱਤੇ ਹੋਰ ਕਿਸ ਤਰ੍ਹਾਂ ਦੇ ਜਿਹੜੇ ਪ੍ਰਭਾਵ ਨੇ ਉਹ ਪੈਣੇ ਸ਼ੁਰੂ ਹੋ ਜਾਂਦੇ ਨੇ? ਜਿਸ ਤਰ੍ਹਾਂ ਅਸੀਂ ਆਮ ਭਾਸ਼ਾ 'ਚ ਗੱਲ ਕਰੀਏ ਕਿ ਜੇ ਸਾਨੂੰ ਡਾਇਬਟੀਜ਼ ਹੈ ਤਾਂ ਉਹ ਤੁਹਾਨੂੰ ਕਾਰਡਿਕ ਇਸ਼ੂ ਕ੍ਰੀਏਟ ਕਰ ਦੇਗੀ, ਤੁਹਾਡੇ BP ਦੇ ਵੀ ਇਸ਼ੂ ਅਪ ਡਾਊਨ ਹੋਣੇ ਸ਼ੁਰੂ ਹੋ ਜਾਣਗੇ। ਸੋ ਜੋ ਥਾਇਰਾਇਡ ਦੀ ਪ੍ਰੋਬਲਮ ਹੈ ਉਸ ਦੇ ਨਾਲ ਹੋਰ ਕੀ ਕੁਝ ਹੋ ਸਕਦਾ ਹੈ? ਮੈਂ ਜਿਵੇਂ ਤੁਹਾਨੂੰ ਦੱਸਿਆ ਜੀ, ਥਾਇਰਾਇਡ ਸਿੰਪਟਮਟੋਲੋਜੀ ਆਪਣੇ ਆਪ 'ਚ ਐਕਸਪਲੇਨ ਕਰ ਰਹੀ ਹੈ ਵੀ ਕਿਆ ਪ੍ਰੋਬਲਮਸ ਹੈ। ਸਭ ਤੋਂ ਪਹਿਲਾਂ ਜੇ ਆਪਾਂ ਲੇਡੀਜ਼ ਦੀ ਗੱਲ ਕਰੀਏ, ਮੈਂਸਟਰੁਅਲ ਐਬਨੋਰਮੈਲਿਟੀਜ਼, ਕਈ ਵਾਰ PCOD ਵੀ ਹੋ ਜਾਂਦਾ ਹੈ। ਨੰਬਰ 2, ਇਨਸੂਲਿਨ ਰੈਜ਼ਿਸਟੈਂਸ ਵੀ, ਕਿਉਂਕਿ ਮੋਟਾਪਾ ਜ਼ਿਆਦਾ ਵੱਧ ਰਿਹਾ ਉਹ ਵੀ ਉਹਦੀ ਰੈਜ਼ਿਸਟੈਂਸ ਵੀ ਵੱਧ ਜਾਂਦੀ ਹੈ ਔਰ ਕਈ ਵਾਰ ਡਾਇਬਟੀਜ਼ ਹੋਣ ਦਾ ਵੀ ਖਤਰਾ ਰਹਿੰਦਾ ਇਹੋ ਜਿਹੇ ਲੋਕਾਂ 'ਚ। ਅੱਛਾ, ਜਦੋਂ ਕੋਲੈਸਟਰੋਲ, ਬੈਡ ਕੋਲੈਸਟਰੋਲ ਤੁਹਾਡੀ ਬਾਡੀ ਅੰਦਰ ਵਧੇਗਾ, ਨਾਲੀਆਂ 'ਚ ਜਾ ਕੇ ਜਮ੍ਹਾਂ ਹੋ ਜਾਏਗਾ ਅਤੇ ਇਹਦੇ ਨਾਲ ਕਈ ਵਾਰੀ ਹਾਰਟ ਦੇ ਜਿਵੇਂ ਕਿਆ ਨਾਮ ਹੈ ਅੱਜ ਕੱਲ੍ਹ ਉਹ ਐਥੀਰੋਮੈਟਸ ਚੇਂਜਸ ਆਉਣੇ ਸ਼ੁਰੂ ਹੋ ਜਾਂਦੇ। ਮਨੇ ਜਿਹੜਾ ਫੈਟ ਹੈ ਉਹ ਜਿਹੜੀ ਖੂਨ ਦੀ ਨਾਲੀ ਜੰਮਣਾ ਸ਼ੁਰੂ ਹੋ ਜਾਂਦਾ ਹੈ ਔਰ ਫਿਰ ਸਾਨੂੰ ਉਹ ਜਾ ਕੇ ਸਟੰਟਿੰਗ ਕਰਾਉਣੀ ਪੈਂਦੀ ਕਈ ਵਾਰੀ। ਅੱਛਾ, ਹੋਰ ਇਸ ਤਰ੍ਹਾਂ ਬਾਲ ਝੜਨੇ ਸ਼ੁਰੂ ਹੋ ਗਏ। ਅੱਛਾ, ਹੋਰ ਵੀ ਐਸੀਆਂ ਕਈ ਚੀਜ਼ਾਂ ਸਾਨੂੰ ਸ਼ੁਰੂ ਹੋ ਜਾਂਦੀਆਂ, ਜਿਵੇਂ ਕਿਡਨੀ 'ਤੇ ਦੁਸ਼ਪ੍ਰਭਾਵ ਪੈਂਦਾ ਹੈ, ਉਹ ਪੂਰੀ ਫਿਲਟਰੇਸ਼ਨ ਪੂਰੀ ਪ੍ਰੋਪਰ ਨਹੀਂ ਹੋ ਪਾਉਂਦੀ ਹੈ ਅਤੇ ਇਹ ਵੀ ਹਾਈਪਰਥਾਇਰਾਇਡਿਜ਼ਮ ਦਾ ਇੱਕ ਅਸਰ ਜਿਹੜਾ ਕਿਡਨੀਜ਼ 'ਤੇ ਪੈਂਦਾ ਹੈ। ਅਤੇ ਕੁੱਲ ਮਿਲਾ ਕੇ ਓਵਰਆਲ ਹੀ ਜੇ ਬੇਸਲ ਮੈਟਾਬੋਲਿਕ ਰੇਟ ਦੀ ਆਪਾਂ ਗੱਲ ਕਰੀਏ ਤੇ ਬਾਡੀ 'ਤੇ ਓਵਰਆਲ ਹੀ ਇਹਦਾ ਬਹੁਤ ਹੀ ਦੁਸ਼ਪ੍ਰਭਾਵ ਪੈਂਦਾ, ਸਾਰੇ ਆਰਗਨ ਵਾਈਜ਼।
ਜੀ ਡਾਕਟਰ ਸਾਹਿਬ, ਇੱਕ ਆਖਰੀ ਸਵਾਲ ਇਹ ਹੈ ਕਿ ਜੋ ਅਸੀਂ ਕੇਸ ਸਟੱਡੀ ਹੁਣੇ ਦੇਖੀਏ ਦਰਸ਼ਕਾਂ ਦੇ ਨਾਲ ਸਾਂਝਾ ਕੀਤੀ ਹੈ, ਇਸ ਵਿੱਚ ਜਦੋਂ ਰੇਟ ਜਿਹੜਾ ਉਹ 100 ਸ਼ੋ ਹੋਇਆ ਸੀ ਕਿ ਥਾਇਰਾਇਡ 100 ਆ ਗਿਆ, ਔਰ ਉਸ ਤੋਂ ਬਾਅਦ ਹੋਮਿਓਪੈਥੀ ਕਿਵੇਂ ਕਾਰਗਰ ਸਿੱਧ ਹੁੰਦੀ ਹੈ ਔਰ ਕਿੰਨੇ ਸਮੇਂ ਤੱਕ ਉਹਨੂੰ ਦਵਾਈ ਖਾਣੀ ਪੈਂਦੀ ਹੈ, ਜਾਂ ਫਿਰ ਇਸ ਦੀ ਦਵਾਈ ਸਾਰੀ ਉਮਰ ਹੀ ਖਾਣੀ ਪਏਗੀ? ਇਹੀ ਡਿਫਰੈਂਸ ਮੈਂ ਆਪ ਜੀ ਨੂੰ ਇਹ ਦੱਸਣ ਲੱਗਿਆ ਕਿ ਇੱਕ ਵਾਰੀ ਇੱਦਾਂ ਹੀ ਅਸੀਂ ਕੈਂਪ ਲਗਾ ਰਹੇ ਸੀ ਤੇ ਇੱਕ ਬਹੁਤ ਹੀ ਹਾਈਲੀ ਪਲੇਸਡ ਮਹਾਨੁਭਾਵ ਆਏ, ਕਹਿਣ ਲੱਗੇ ਹੋਮਿਓਪੈਥੀ ਬਹੁਤ ਸਲੋ ਅਸਰ ਕਰਦੀ ਹੈ। ਤੇ ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿ ਜੀ ਇੱਕ ਪਾਸੇ ਆਪਾਂ ਜੇ ਥਾਇਰਾਇਡ ਦੀ ਪ੍ਰੋਬਲਮ ਕੰਸੀਡਰ ਕਰੀਏ ਤਾਂ ਪੂਰੀ ਉਮਰ ਮੈਡੀਸਿਨ ਖਾਣੀ ਪੈਂਦੀ ਹੈ। ਇੱਕ ਪਾਸੇ ਮੈਂ ਇੱਕ ਪੇਸ਼ੈਂਟ ਦਾ ਇਲਾਜ ਕਰ ਰਿਹਾ ਔਰ ਉਹਦਾ ਥਾਇਰਾਇਡ 100 ਸੀਗਾ ਔਰ ਉਹ 7-8 ਮਹੀਨਿਆਂ 'ਚ 28 ਤੇ ਆ ਗਿਆ, ਔਰ ਉਦੋਂ 28 ਸੀਗਾ ਜਦੋਂ ਮੈਂ ਉਹਨਾਂ ਨਾਲ ਗੱਲ ਹੋਈ। ਮੈਂ ਕਿ ਹੋਰ ਥੋੜ੍ਹੇ ਟਾਈਮ 'ਚ ਮੈਂ ਮੰਨ ਲੈਂਦਾ ਹੋਰ ਵੀ 2 ਸਾਲ ਟਰੀਟਮੈਂਟ ਚੱਲਦਾ ਉਹਦਾ, ਤੇ 2 ਸਾਲਾਂ 'ਚ ਥਾਇਰਾਇਡ ਠੀਕ ਹੋ ਜਾ, ਇੱਕ ਪਾਸੇ ਉਹਨੂੰ ਪੂਰੀ ਉਮਰ ਦਵਾਈ ਖਾਣੀ ਪਵੇ ਤੇ ਫਾਸਟ ਕਿਹੜਾ ਤੁਸੀਂ ਆਪ ਹੀ ਜੱਜ ਕਰ ਸਕਦੇ ਹੋ। ਸੋ ਕਹਿਣ ਦਾ ਭਾਵ ਇਹ ਹੈ ਵੀ ਥਾਇਰਾਇਡ ਨੂੰ ਇੱਕ ਕੰਟਰੋਲ ਕਰਨਾ ਇਜ਼ ਅ ਸੈਪਰੇਟ ਇਸ਼ੂ ਔਰ ਠੀਕ ਕਰਨਾ ਇਜ਼ ਅ ਸੈਪਰੇਟ। ਔਰ ਤੁਸੀਂ ਇਹ ਵੀ ਦੇਖੋਗੇ ਜਦੋਂ ਥਾਇਰਾਇਡ ਜਿਹੜਾ ਉਹ ਨਾਰਮਲ ਵੀ ਆ ਜਾਂਦਾ ਹੈ, ਉਸ ਤੋਂ ਬਾਵਜੂਦ ਵੀ ਸਿੰਪਟਮ ਜਿਹੜੇ ਉਹ ਉੱਦਾਂ ਦੇ ਉੱਦਾਂ ਰਹਿੰਦੇ। ਲੇਡੀਜ਼ ਮੋਰ ਆਫਨ ਦੈਨ ਨਾਟ ਆਉਂਦੀਆਂ ਕਿ ਡਾਕਟਰ ਸਾਹਿਬ ਥਾਇਰਾਇਡ ਦਾ ਸਾਡਾ ਨਾਰਮਲ ਹੈਗਾ, ਪਰ ਉਸ ਤੋਂ ਬਾਅਦ ਵੀ ਸਾਨੂੰ ਥਕੇਵਾਂ, ਮੋਟਾਪਾ, ਸਨ ਐਲਰਜੀ, ਸਪੈਸ਼ਲੀ ਧੁੱਪੇ ਜਦੋਂ ਅਸੀਂ ਜਾਂਦੇ ਤਾਂ ਸਾਨੂੰ ਸਕਿਨ ਬਰਨ ਹੋ ਜਾਂਦਾ ਹੈ, ਔਰ ਹੋਰ ਇਹੋ ਜਿਹੀਆਂ ਇਲਾਮਤਾਂ ਜਿਹੜੀਆਂ ਉਹ ਉਸ ਤਰ੍ਹਾਂ ਹੀ ਬਰਕਰਾਰ ਰਹਿੰਦੀ ਇਨ ਸਪਾਈਟ ਆਫ ਦਾ ਫੈਕਟ ਕਿ ਉਹ ਥਾਇਰੋਕਸਿਨ ਵੀ ਲੈ ਰਹੇ ਨੇ ਔਰ ਐਟ ਦਾ ਸੇਮ ਟਾਈਮ ਉਹਨਾਂ ਦਾ ਥਾਇਰਾਇਡ ਵੀ ਨਾਰਮਲ ਹੈ। ਤਾਂ ਕੀ ਇਹ ਸਿੰਪਟਮਸ ਜੋ ਨੇ ਉਹ ਹੋਮਿਓਪੈਥੀ ਦੇ ਵਿੱਚ ਵੇਖਣ ਨੂੰ ਨਹੀਂ ਮਿਲਦੇ? ਹੋਮਿਓਪੈਥੀ 'ਚ ਬਿਲਕੁਲ ਨਹੀਂ ਦੇਖਣ ਨੂੰ ਮਿਲਦੇ। ਜਦੋਂ ਤੁਸੀਂ ਇੱਕ ਵਾਰੀ ਠੀਕ ਹੋ ਗਏ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਹੌਲੀ ਹੌਲੀ ਪੇਸ਼ੈਂਟ ਜਿਹੜਾ ਉਹ ਬਿਲਕੁਲ ਨਾਰਮਲ ਹੋ ਜਾਂਦਾ, ਔਰ ਜੇ ਉਹ ਲਾਈਫ ਸਟਾਈਲ ਆਪਣਾ ਠੀਕ ਰੱਖੇ ਔਰ ਸਟ੍ਰੈਸ ਅੱਗੇ ਉਹਨੂੰ ਕੋਈ ਇਹੋ ਜਿਹਾ ਨਾ ਹੋਵੇ, ਪ੍ਰੈਸਿਪੀਟੇਟਿੰਗ ਫੈਕਟਰ ਕੋਈ ਅੱਗੇ ਨਾ ਹੋਵੇ, ਤਾਂ ਥਰੂ ਆਊਟ ਦਾ ਜਿਹੜਾ ਥਾਇਰਾਇਡ ਉਹ ਨਾਰਮਲ ਰਹਿੰਦਾ ਹੈ। ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਸਮਾਂ ਕੱਢਿਆ ਔਰ ਸਾਡੇ ਨਾਲ ਦਾਨ ਮਿਊਟ ਤੇ ਇਸ ਦਾ ਹਿੱਸਾ ਬਣੇ। ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਅਸੀਂ ਹੋਰ ਵੀ ਬਹੁਤ ਸਾਰੀ ਬਿਮਾਰੀਆਂ ਬਾਬਤ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਆਏ ਹੋ। ਬਹੁਤ ਧੰਨਵਾਦ ਜੀ। ਤੁਸੀਂ ਦੇਖਦੇ ਰਹੋ ਦਾਨ ਮਿਊਟ। ਮੈਨੂੰ ਯਾਨੀ ਗੁਰਨੀਤ ਨੂੰ ਦਿਓ ਪ੍ਰੋਗਰਾਮ ਹੈਲਥ ਟਾਕਸ ਨੂੰ ਇੱਥੇ ਖਤਮ ਕਰਨ ਦੀ ਇਜਾਜ਼ਤ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।